ਕੀ ਬਣੇਗਾ ਜੀ ਸਬਜ਼ੀ ਦਾ? ਗਾਜਰਾਂ ਜਿਹੜੀਆਂ ਸੀ ਉਹ ਵੀ ਇਸੇ ਤਰੀਕੇ ਹੁਣ 300 ਦਾ ਗੱਟੂ, 350 ਦਾ। ਇੱਥੋਂ ਪੱਟੋ, ਧੋਵੋ, ਗੱਟੂ 'ਚ ਪਾਓ, ਮੰਡੀ ਪੜਾਓ, ਉੱਥੋਂ ਮੰਡੀ ਦੇ ਖਰਚੇ। ਅੱਛਾ। ਤੇ 300 ਦਾ, 350 ਦਾ ਗੱਟੂ। ਤੇ ਜਿਹੜੇ ਅਗੇਤਰੀ ਸਬਜ਼ੀ ਉਗਾਉਂਦੇ ਆ ਉਹਦੇ 'ਚ ਫਾਇਦਾ ਹੋ ਜਾਂਦਾ ਹੈ। ਅਗੇਤਰੀ ਹੁਣ ਗਾਜਰ ਜਿਹੜੀ ਹੈ ਅਗੇਤਰੀ ਨਹੀਂ, ਤੇ ਗਾਜਰ ਤੇ ਮਰ ਰਮਜ਼ਾਨ ਤੋਂ ਬਾਅਦ ਜਾ ਕੇ ਗਾਜਰ ਚੱਲਦੀ ਹੁੰਦੀ ਸੀ। ਆਹੋ, ਇਹ ਲੋਕਾਂ ਨੇ ਜਿਹੜੀ ਗਾਜਰ ਲਾਈ ਹੈ ਨਾ, ਹੁਣ ਕਈਆਂ ਨੇ ਤੇ ਰਿਸਕ ਲਿਆ ਮਹਿਕਮਾ ਹੋ ਜਾਏਗੀ। ਮਹਿਕਮਾ ਜ਼ਰਾਅਤ ਆਪਣੀ ਕੀ ਮਦਦ ਕਰਦਾ ਹੈ? ਕੋਈ ਦੱਸਦਾ ਵੀ ਐਨੀ ਉਗਾਓ, ਐਨੀ ਨਾ ਉਗਾਓ। ਮਹਿਕਮਾ ਸਮਾਰਾਤ ਇਹੀ ਕੰਮ ਕਰਦਾ ਵੀ ਕੋਈ ਜ਼ਿਆਦਾ ਨਾ ਹੋਗਾ। ਮਹਿਕਮਾ ਜ਼ਰਾਅਤ ਨਜ਼ਰ ਹੀ ਕਦੀ ਨਹੀਂ ਆਇਆ। ਅੱਛਾ, ਮਤਲਬ ਜ਼ਿੰਮੇਦਾਰ ਖੁਦ ਹੀ ਆਪਣੀ ਮਰਜ਼ੀ ਨਾਲ ਹੀ ਕਰਦਾ। ਮਹਿਕਮਾ ਜ਼ਰਾਅਤ ਬਰਬਾਦ ਹੈ। ਮਹਿਕਮਾ ਜ਼ਰਾਅਤ ਵਾਲੇ ਉਸ ਵੇਲੇ ਆਉਂਦੇ ਨੇ ਜਿਸ ਵੇਲੇ ਉਹਨਾਂ ਨੇ ਕੋਈ ਸਪਰੇਅ ਦੇ ਲੀਟਰ ਵੇਚਣੇ ਹੋਣ ਤਾਂ। ਇਹ ਤੇ ਕਾਰੋਬਾਰੀ ਕੰਪਨੀਆਂ ਨੇ ਨਾ ਮੈਡੀਸਨ ਵਾਲੀਆਂ, ਮਤਲਬ ਕਿ ਇਹ ਅਯੂਬ ਨੇ ਦਫ਼ਤਰ ਲਾਓ। ਉਹ ਤੇ ਅਯੂਬ ਨੇ ਬਣਾਇਆ ਸੀ, ਉਹ ਕਦੀ ਵੀ ਨਹੀਂ ਵੇਖਿਆ। ਕਦੇ ਵੀ ਨਹੀਂ ਵੇਖਿਆ। ਨਹੀਂ ਤੇ ਹੁੰਦਾ ਹੈ ਵੀ ਜਦੋਂ ਫਸਲ ਮੱਕੀ ਦੀ ਫਸਲ ਦਾ ਹੁਣ ਕਾਸ਼ਤ ਸ਼ੁਰੂ ਹੈਗੀ ਹੈ, ਮੱਕੀ ਜਿਹੜੀ ਭਾਰੀਆ ਮੱਕੀ ਜਿਹੜੀ, ਉਹਦਾ ਦੱਸਣ ਵੀ ਇਹਨੂੰ ਇਹ ਤਰੀਕੇ ਕਾਰ ਨਾਲ ਲਾਓ, ਇਹਦਾ ਇਹ ਬੀ ਲਾਓ, ਇਹ ਬੀ ਅੱਗੇ ਜਾ ਰਿਹਾ ਹੈਗਾ, ਇਹਦੀ ਐਵਰੇਜ ਜ਼ਿਆਦਾ ਹੈਗੀ ਹੈ, ਇਹਦੇ ਵਿੱਚ ਤੁਹਾਨੂੰ ਕੋਈ ਬੈਨੀਫਿਟ ਸਹੀ ਮਿਲੇਗਾ, ਕੋਈ ਤੁਹਾਡੀ ਐਵਰੇਜ ਬਣ ਜਾਏਗੀ। ਅਗਰ ਰੇਟ ਘੱਟ ਵੀ ਹੋਵੇ। ਤੁਸੀਂ ਦੱਸ ਰਹੇ ਹੋ ਇੱਥੇ ਜਿਹੜਾ ਅਗੇਤਰੀ ਉਹਨਾਂ ਨੇ ਚੁਗੌਤਰਾ ਲਗਾਇਆ, ਉਹ ਤਾਂ ਮੁਨਾਫਾ ਕਮਾ ਗਏ ਹੋਣਗੇ ਜਿਨ੍ਹਾਂ ਨੇ ਤੋਂ ਪਹਿਲੇ ਲਾਇਆ ਸੀ। ਜਿਹੜਾ ਹੁਣ ਜਿਹਨਾਂ ਨੇ ਉਹਦੇ 'ਚ ਲਾਇਆ ਛਾਪਰ ਦੇ ਵਿੱਚ, ਜਿਹੜਾ ਹੁਣ ਲੇਟ ਹੈਗਾ ਨਾ, ਉਹ ਰਮਜ਼ਾਨ ਦੇ ਵਿੱਚ ਆ ਕੇ ਚੱਲੇਗਾ, ਉਹ ਕਮਾਉਣਗੇ ਪੈਸੇ। ਦੂਸਰਾ ਨੁਕਸਾਨ ਖਾਦਾ ਇਹਨਾਂ ਨੇ। ਜਿਹੜੇ ਅਗੇਤੇ ਲਾਏ ਸੀ ਉਹ ਨੁਕਸਾਨ 'ਚ ਆ ਰਹੇ ਨੇ। ਵੀ 1700 ਰੁਪਏ ਦੇ ਵਿਕੇ ਨੇ ਤੇ 1900 ਰੁਪਏ ਉਹਦਾ ਖਰਚਾ ਬਣਿਆ। ਗਾਜਰ ਦਾ ਕੀ ਰੇਟ ਤੁਹਾਡੇ ਕੋਲ? ਗਾਜਰ ਕਿਸ ਰੇਟ ਜਾਣਦੀ ਹੈ? ਗਾਜਰ ਇੱਥੋਂ ਜਾ ਰਹੀ ਹੈ, ਛੋਟਾ ਗੱਟੂ ਹੈ ਡਿਸਕੋ ਜਿਹੜਾ, ਹਾਂ, ਉਹ ਜਾ ਰਿਹਾ 300 ਦਾ, 350 ਦਾ, 350। ਅੱਗੇ ਕਿਵੇਂ ਕਿਲੋ ਵੇਚਦੇ ਨੇ ਯਾਰ? ਇਹ ਪਾਲਿਸੀਆਂ ਗੌਰਮੈਂਟ ਬਣਾਉਂਦੀ। ਇਹ ਪਹਿਲੇ ਸਾਡੀ ਕਾਬਲ ਚਲੇ ਜਾਂਦੀ ਸੀ ਸਬਜ਼ੀਆਂ, ਇਸ ਤਰ੍ਹਾਂ ਦੀ ਚੀਜ਼ਾਂ ਸਾਰੀਆਂ ਅਫਗਾਨਿਸਤਾਨ ਵਿੱਚ, ਤੇ ਉਧਰ ਹੁਣ ਜਾ ਨਹੀਂ ਰਹੀਆਂ। ਉਹ ਆਲੂ ਦੀ ਕੀ ਪੋਜੀਸ਼ਨ ਹੈ? ਆਲੂ ਤਾਂ ਬਿਲਕੁਲ ਮੰਦਾ ਹੈਗਾ। ਹਾਲ ਮਾਲਕ ਵਾਹ ਕੇ ਕਹਿੰਦੇ ਨੇ ਚੁਗ ਲਾਉਣ, ਸਾਡਾ ਕਿਆਰਾ ਖਾਲੀ ਹੋ ਜਾਵੇ, ਚਲੋ ਅਸੀਂ ਤੋਂ ਮੱਕੀ ਲਾ ਲਈਏ। ਦੇਖੋ ਸਾਡੀ ਜਿਹੜੀ ਹੈ ਨਾ ਇਹ ਜ਼ਰਾਅਤ, ਇਹ ਰੀੜ੍ਹ ਦੀ ਹੱਡੀ ਇਹੀ ਹੈ। ਹੋਰ ਅਸੀਂ ਕਿਹੜੀਆਂ ਕਾਰਾਂ ਬਣਾਉਂਦੇ ਹਾਂ? ਤੇ ਇਹ ਰੀੜ੍ਹ ਦੀ ਹੱਡੀ ਜ਼ਰੂਰ ਹੈ, ਲੇਕਿਨ ਹਕੂਮਤ ਨੂੰ ਕੋਈ ਸਟੈਪ ਲੈਣਾ ਚਾਹੀਦਾ ਨਾ ਕਿ ਬਾਹਰ ਸੌਦੇ ਕਰੇ। ਯਾਨੀ ਵੇਖੇ ਕਿਤਨੀ ਚੀਜ਼ ਮਤਲਬ ਆ ਗਈ ਹੈ ਤੇ ਉਹਨੂੰ ਕਿਸੇ ਹੋਰ ਮੁਲਕ ਵਿੱਚ ਭੇਜੇ। ਅਗਰ ਆਲੂ ਆਪਣਾ ਬਾਹਰ ਜਾਂਦਾ ਤੇ ਰੇਟ ਆਟੋਮੈਟਿਕ ਬਣ ਜਾਣਾ ਸੀ। ਕਮ ਸੇ ਕਮ 4 ਤੋਂ 4.5 ਲੱਖ 5 ਲੱਖ ਦਾ ਕਿੱਲਾ ਹੋਣਾ ਸੀ। ਤੇ ਜਿਹੜਾ ਇਸ ਟਾਈਮ 50 ਕਿਲੋ ਵਾਲਾ ਤੋੜਾ ਹੈ, ਉਹਦੇ ਵਿੱਚ 1.5 ਮਣ ਆਲੂ ਹੈ ਤੇ ਉਹ ਜਾ ਰਿਹਾ 400 ਦਾ, 450 ਦਾ। ਤੂੜੀ ਤੋਂ ਵੀ ਘੱਟ ਹੈ। ਘੱਟ ਤੇ ਤੁਸੀਂ ਕਿਉਂ ਨਹੀਂ ਪਾਉਂਦੇ ਜਾਨਵਰਾਂ ਨੂੰ? ਤੁਹਾਨੂੰ ਇਹ ਪਤਾ ਵੀ ਤੂੜੀ ਪਾਈਦੀ ਹੈ। ਚਲੋ ਜੀ, ਇੱਕ ਜ਼ਿੰਮੇਦਾਰ ਨੇ ਜਾਨਵਰਾਂ ਨੂੰ ਪਾਉਣ ਵਾਸਤੇ ਪਾਇਆ। ਨਹੀਂ ਜੀ, ਉਹ ਕੋਈ ਰੇਟ ਬੰਦੇ ਨੂੰ ਇਤਨੇ ਮਹਿੰਗੇ ਠੇਕੇ, ਲੱਖ ਰੁਪਏ ਠੇਕੇ ਕਿੱਲੇ ਨੂੰ 3 ਬੋਰੀਆਂ ਡੀਏਪੀ ਦੀਆਂ ਨੇ। ਤੁਸੀਂ ਬਾਦਸ਼ਾਹ ਵਾਲੀ ਗੱਲ। ਮੇਰੀ ਗੱਲ ਸੁਣੋ ਨਾ ਸਰ, ਮੈਂ ਇਹ ਕਹਿਣਾ ਕਿ ਬਈ ਤੁਸੀਂ ਇਹਦਾ ਖਪਤ ਤਾਂ ਬਣਾਓ। ਹੁਣ ਮਤਲਬ ਕਿ ਚਿਪਸ ਵਾਲਾ ਹੈ, ਮੇਰੀ ਗੱਲ ਸੁਣੋ, ਇਹ ਚਿਪਸ ਵਾਲਾ ਹੈ। ਉਹਨੇ ਆਲੂ ਪਤਾ ਕਿ ਕਾਰੋਬਾਰੀ ਕੰਪਨੀਆਂ ਨੇ ਉਹ ਬਣਾਉਣ, ਮਤਲਬ ਕਿ ਇਹ ਹੁਕੂਮਤ ਨੂੰ ਚਾਹੀਦਾ, ਉਹਨਾਂ ਨੂੰ ਕਹੋ ਵੀ ਇਸ ਤੋਂ ਘੱਟ ਤੁਸੀਂ ਨਹੀਂ ਚੁੱਕ ਸਕਦੇ। ਉਹ ਕਿਤਨਾ ਚੁੱਕਣ, ਮਕਸਦ ਤੇ ਹੈ ਬਈ। ਹੁਣ ਇਹ ਵੇਖੋ, ਇਹੀ ਜਿਹੜਾ 1 ਕਿਲੋ ਆਲੂ ਹੈ ਨਾ, ਇਹ 1200 ਰੁਪਏ ਕਿਲੋ ਉਹਨਾਂ ਨੇ ਵੇਚਣਾ। ਕਿਸੇ ਹੋਰ ਮੁਲਕ ਨਾਲ ਆਲੂ ਬਾਹਰ ਜਾ ਹੀ ਨਹੀਂ ਰਿਹਾ। ਅਗਰ ਆਪਣੇ ਜਿਹੜੇ ਕਰਿੰਦੇ ਨੇ ਨਾ, ਅਗਰ ਬਾਹਰ ਕਿਤੇ ਸੌਦੇ ਕਰਨ ਤੇ ਜ਼ਰਾਅਤ ਜਿਹੜੀ ਸਾਰਿਆਂ ਤੋਂ ਉੱਤੇ ਲੱਗੀ ਜਾਏਗੀ। ਤੁਹਾਨੂੰ ਮਤਲਬ ਕਿ ਮਹਿਕਮਾ ਜ਼ਰਾਅਤ ਕੋਈ ਮਦਦ ਨਹੀਂ ਦਿੰਦਾ। ਕਿੱਲੇ ਦੇ ਵਿੱਚੋਂ ਜਦੋਂ ਆਲੂ ਤੇ ਰੂਝ ਰਿਹਾ ਨਾ, ਜਦੋਂ ਇੱਥੇ ਆਪਣੇ ਪਿੰਡਾਂ ਦੇ ਵਿੱਚ, ਤੁਸੀਂ ਮੈਨੂੰ ਇਹ ਦੱਸੋ ਜਾਨਵਰਾਂ ਤੋਂ ਕਿੰਨਾ ਮਰਿਆ ਹੈ? ਜਿਹੜਾ ਉਹਦੀ ਹਰ ਸਾਲ ਵੈਕਸੀਨ ਇਹਨਾਂ ਨੂੰ ਲਾਉਣੀ ਚਾਹੀਦੀ ਸੀ ਨਾ। ਮਤਲਬ ਕਿ ਉਹ ਆ ਗਿਆ ਅਫਰੀਕਾ ਤੋਂ, ਮਿਸਰ ਤੋਂ ਪਾਕਿਸਤਾਨ ਆ ਗਿਆ। ਹੁਣ ਉਹਨੇ ਜਾਣਾ ਨਹੀਂ, ਉਹਦੇ ਵਾਸਤੇ ਵੈਕਸੀਨ ਤੁਹਾਨੂੰ ਲਾਈ ਜਾਂਦੀ ਹੈ ਗਾਵਾਂ ਨੂੰ।
ਗਾਵਾਂ ਨੂੰ ਖਵਾਉਂਦੇ ਪੈਣ। ਨਹੀਂ, ਉਹ ਜਿਹੜੀ ਮੋਟੇ ਮੋਟੇ ਦਾਣੇ ਨਹੀਂ ਨਿਕਲਦੇ ਉਹਦੀ ਵੈਕਸੀਨ ਲਾ ਰਹੇ ਨੇ। ਬਲ ਕਿਵੇਂ ਹਲਕੀ ਫੁਲਕੀ ਕਿਤੇ ਵੇਖੋ ਕੋਈ ਲਾ ਗਿਆ ਵੀ ਕਿਸੇ ਨੇ ਕੋਈ ਦੁਆ ਸਲਾਮ ਹੈਗੀ ਹੈ, ਕਿਸੇ ਨੇ ਆਖ ਦਿੱਤਾ ਹੈਗਾ ਉਹਦੇ ਲੱਗੇ ਨਹੀਂ ਤਾਂ ਕੋਈ ਨਹੀਂ। ਕਿਸੇ ਨੂੰ ਨਹੀਂ ਲੱਗੀ ਤੁਹਾਡੇ ਲੱਗੀ ਸਰ? ਬਈ, ਕੋਈ ਨਹੀਂ ਲੱਗੀ, ਕਿਹਨੇ ਲਾ ਕੇ ਲਾਣੀ ਹੈ? ਕਿਹਨੇ ਆ ਕੇ ਲਾਣੀ? ਤੁਸੀਂ ਮੁਤਮਿਨ ਹੋ, ਕੀ ਕਹੋਗੇ ਮਹਿਕਮਾ ਜ਼ਰਾਅਤ ਨੂੰ ਔਰ ਹੁਕੂਮਤ ਨੂੰ? ਮਹਿਕਮਾ ਜ਼ਰਾਅਤ ਨੇ ਵੀ ਸਾਡੇ ਨਾਲ ਕੋਈ ਤਾਮਨ ਹੋਵੇ। ਖਰਚੇ ਕਰ ਤਾਂ ਜ਼ਿਮੀਂਦਾਰ ਮਰੇ ਪਏ ਨੇ। ਹੁਣ ਇਹ ਪੋਜੀਸ਼ਨ ਆ ਗਈ ਵੀ ਜਿਨ੍ਹਾਂ ਨੇ ਆਲੂ ਲਾਏ ਨੇ ਨਾ ਉਹਨਾਂ ਕੋਲੋਂ ਅੱਗੇ ਫਸਲ ਨਹੀਂ ਬੀਜੀ ਜਾਂਦੀ। ਵੀ ਆਲੂ ਕਿਸੇ ਪਾਸੇ ਕੋਈ ਵਿਕੇ ਆ ਤੇ ਫਿਰ ਹੁਣ ਇੱਥੇ ਮੇਰੇ ਮਸੇਰ ਨੇ ਲਾਇਆ ਸੀ 25 ਕਿੱਲੇ ਆਲੂ ਹੈ। ਹੁਣ ਉਹ 7 ਕਿੱਲੇ ਉਹਨੇ ਪੱਟੇ ਨੇ, ਪੱਟ ਕੇ ਤੇ ਉਹਨਾਂ ਨੇ ਕਿਹਾ ਵੀ ਚਲੋ ਇਹ 7 ਕਿੱਲੇ ਮੱਕੀ ਲਾ ਲਈਏ। ਕੋਈ ਆਲੂਆਂ ਦਾ ਜਿਹੜਾ ਖਰਚਾ ਹੋਇਆ ਕੋਈ ਤਾਂ ਮੱਕੀ ਮੋੜਿਆ ਵੇਗੀ ਪਿਛਾਂ, ਬਾਕੀ ਆਲੂ ਖੜੇ ਨੇ ਅਜੇ। ਵੀ ਹੋ ਸਕਦਾ ਕੋਈ ਰੇਟ ਵੱਧ ਗਿਆ ਤਾਂ, ਨਹੀਂ ਤਾਂ ਫਿਰ ਇਹ ਜਿਹੜਾ ਰੇਟ ਚੱਲ ਰਿਹਾ ਇਹ ਤੇ ਹੈ ਹੀ ਸਹੀ 400 ਰੁਪਈਆ 450 ਰੁਪਈਆ 1.5 ਮਣ ਆਲੂ ਪੱਟ ਕੇ ਬੋਰੀ ਪਾ ਕੇ ਸੀ ਕੇ ਤੋੜ ਮੰਡੀ ਪਹੁੰਚਾ ਕੇ ਆਉਂਦੇ ਨੇ। ਨਹੀਂ ਤੇ ਅੱਗੇ ਆਲੂਆਂ ਦਾ ਇਹ ਰੂਟੀਨ ਸੀ ਵੀ ਕਿਆਰੇ ਦੇ ਵਿੱਚੋਂ ਪੱਟਦੇ ਉਦੋਂ ਸੀ ਪਹਿਲੇ ਬਿਆਨੇ ਹੋ ਜਾਂਦੇ ਸੀ, 8-8 ਲੱਖ ਦੀ ਗੱਡੀ ਜਾਂਦੀ ਸੀ। ਹੁਣ 1.5 ਲੱਖ ਦੇ ਵੀ ਨਹੀਂ ਹੋ ਰਹੇ ਕਿੱਲੇ 'ਚ। ਡਾਕਟਰ ਸਾਹਿਬ, ਤੁਸੀਂ ਹੁਕੂਮਤ ਨੂੰ ਕੀ ਕਹੋਗੇ? ਹਕੂਮਤ ਨੂੰ ਇਹ ਆਖਣਾ ਹੈ ਵੀ ਉਹ ਗਰੀਬਾਂ ਦਾ ਜ਼ਿਮੀਂਦਾਰਾਂ ਦਾ ਕੋਈ ਖਿਆਲ ਕਰਨ, ਵੀ ਉਹ ਫਸਲ ਕੱਢਦੇ ਨੇ ਇਸੇ ਉਮੀਦ ਤੇ ਵੀ ਸਾਰਾ ਉਹਦਾ ਜਿਹੜਾ ਨਿਜ਼ਾਮ ਹੁੰਦਾ ਉਸੇ ਫਸਲ ਤੇ ਚੱਲ ਰਿਹਾ ਹੁੰਦਾ। ਤੇ ਉਹ ਅਗਰ ਮੇਰੇ ਹਿਸਾਬ ਜੀ ਮਹਿਕਮਾ ਜ਼ਰਾਅਤ ਖਤਮ, ਮਾਰਕੀਟ ਕਮੇਟੀਆਂ ਖਤਮ, ਆੜਤੀ ਜਿਹੜਾ ਹੈ ਉਹ ਤਾਂ ਕਿਸਾਨ 'ਚ ਨਹੀਂ ਜਾ ਰਿਹਾ, ਕਿਸਾਨ ਜਾ ਰਿਹਾ ਕਿਸਾਨ। ਹੁਣ ਡੀਏਪੀ ਉਸ ਟਾਈਮ 15,000 ਦੀ ਲੈ ਕੇ ਪਾਈਏ ਕਿੱਲੇ ਨੂੰ। ਆਲੂਆਂ ਦੇ ਥੱਲੇ 3-3 ਬੋਰੀਆਂ ਡੀਏਪੀ ਦੀ ਪਾਈਆਂ ਨੇ, 45,000 ਦੀ ਡੀਏਪੀ ਇਕੱਲੀ। ਉਸ ਤੋਂ ਬਾਅਦ 4-4 ਯੂਰੀ ਦੀਆਂ ਨੇ, ਫਿਰ 18,000 ਰੁਪਏ ਦੀ ਦੂਸਰੀ ਹੈਗੀ ਪੋਟਾਸ਼, ਫਿਰ ਜ਼ੈਂਕ ਕੇ ਸਲਫਰ ਹੈ। ਉਸ ਤੋਂ ਬਾਅਦ ਉਹਨੂੰ ਤੋਂ ਸਪਰੇਅ ਨੇ। ਫਿਰ ਆਲੂ ਦਾ ਬੀਜ ਇਸ ਨੇ ਲਿਆ ਉਹ। ਬੱਚਿਆਂ ਦੀ ਕੀ ਪੋਜੀਸ਼ਨ ਹੈ? ਸਕੂਲ ਦੀ ਫੀਸਾਂ ਭਰ ਰਹੇ ਹੋ? ਫੀਸਾਂ ਬਸ ਸਰਕਾਰੀ ਹੈਗੀਆਂ, ਜਿਹੜੇ ਪ੍ਰਾਈਵੇਟ ਪੜ੍ਹਾਈਆਂ ਕੋਈ ਨਹੀਂ ਗੀਆਂ। ਤੇ ਸਰਕਾਰੀ ਜਿਹੜੇ ਨੇ ਉੱਥੇ ਚਲੋ ਇਹ ਵੀ ਕਰਦੇ ਨੇ ਮਾੜਾ ਮੋਟਾ ਵਾਲੇ ਕੰਮ। ਆ ਜਿਹੜੇ ਸਕੂਲ ਪ੍ਰਾਈਵੇਟ ਹੋ ਗਏ ਨੇ ਇਹ ਤੇ ਬਸ ਉਹ ਆਪਦੇ ਦਿਹਾੜੀ ਦੇ ਚੱਕਰ ਹੈ ਜੀ। ਪ੍ਰਾਈਵੇਟ ਸਕੂਲ ਨੁਕਸਾਨ ਦੇ ਰਹੇ ਨੇ। ਨੁਕਸਾਨ ਦੇ ਰਹੇ। ਮੇਰੇ ਬੱਚੇ ਜਿਹੜੇ ਨੇ ਤਕਰੀਬਨ 5 ਸਾਲ ਰਹੇ ਨੇ ਪ੍ਰਾਈਵੇਟ, ਫੀਸਾਂ ਭਰੀਆਂ ਨੇ, ਉਹਨਾਂ ਦੇ ਖਰਚੇ ਚੱਕੇ ਨੇ, ਸਾਰਾ ਕੁਛ, ਲੇਕਿਨ ਉਹਨਾਂ ਨੂੰ ਆਉਂਦਾ ਕੁਛ ਨਹੀਂ ਸੀ। ਫਿਰ ਉੱਧਰੋਂ ਛੁਡਾ ਕੇ ਤੇ 70-15 ਦੇ ਵਿੱਚ ਸਕੂਲ ਜਿਹੜਾ ਉਹਦੇ ਵਿੱਚ ਭੇਜੇ ਨੇ। ਉੱਥੇ ਹੁਣ ਉਹਨਾਂ ਦਾ ਮਾਸ਼ਾਅੱਲਾ ਰਿਜ਼ਲਟ ਹੈਗਾ, ਪੜ੍ਹਾਈ ਵੀ ਠੀਕ ਜਾ ਰਹੀ ਹੈ ਤੇ ਵੀ ਉਹ ਹੁਣ ਪ੍ਰਾਈਵੇਟ ਕਰ ਦਿੱਤੇ ਇਹਨਾਂ ਨੇ ਸਕੂਲ ਵੀ। ਉਹ ਸਰਕਾਰੀ ਹੈ ਜੀ। ਨਹੀਂ, ਪ੍ਰਾਈਵੇਟ ਵੀ ਕੀਤੇ ਨੇ ਇਹਨਾਂ ਨੇ। ਪ੍ਰਾਈਵੇਟ ਵੀ ਕੀਤੇ ਨੇ, ਉਹ ਫਿਰ ਤਬਾਹੀ ਕਰ ਦੇਣਗੇ। ਹਾਂ। ਤੁਹਾਡਾ ਨਾਂ ਕੀ ਹੈ? ਤੁਹਾਡਾ ਨਾਂ ਕੀ ਹੈ? ਮੁਹੰਮਦ ਸਲੀਮ। ਮੁਹੰਮਦ ਸਲੀਮ। ਹਾਂਜੀ। ਮਤਲਬ ਕਿ ਇਸ ਵੇਲੇ ਜ਼ਿਮੀਂਦਾਰ ਬਹੁਤ ਤੰਗ ਹੈ, ਬਹੁਤ ਥੱਲੇ ਜਾ ਰਿਹਾ। ਜਿਹੜੀ ਪੋਜੀਸ਼ਨ ਜ਼ਿਮੀਂਦਾਰ ਦੀ ਹੋਣੇ ਨਾ, ਮੇਰਾ ਖਿਆਲ ਹੈ ਵੀ 2 ਸਾਲ ਵੀ ਹੋਰ ਕੱਢੇ ਨਾ ਤੇ ਫਿਰ ਵੀ ਇਸ ਸਟੈਪ ਤੇ ਨਹੀਂ ਆਉਂਦਾ ਉਹ।